ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਹਰ ਨਾਮ ਮੰਤਰ ਦ੍ਰਿੜਾਈਂਦਾ ਕੱਟੇ ਹਉ ਮੈਂ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ। ਸੋ ਕਹੋ ਟਲ ਗੁਰ ਸੇਵੀਐ ਐਹਨੇ ਸੁਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਜਾਏ। ਹੋਵੈ ਸਿਫਤ ਖਸਮਦੀ ਨੂਰ ਅਰਸਹ ਕੁਰਸਹ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਜਾਂ ਕਉ ਹਰ ਰੰਗ ਲਾਗੋ ਇਸ ਜੁਗ ਮਹਿ। ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ। ਜਾਂ ਕਾ ਸਤਿਗੁਰ ਪੂਰਾ ਜਾਂ ਕਉ ਹਰ ਰੰਗ ਲਾਗੋ ਇਸ ਜੁਗ ਮਹਿ। ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ। ਜਾਂ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ। ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ। ਜਨ ਕੇ ਚਰਨ ਵਸਹਿ ਮੇਰਹਿ ਰੈ ਸੰਗ ਪੁਨੀਤਾ ਦੇਹੀ। ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਏਹੀ। ਜਨ ਕੇ ਚਰਨ ਵਸਹਿ ਮੇਰਹਿ ਰੈ
ਸੰਗ ਪੁਨੀਤਾ ਦੇਹੇ ਜਨ ਕੀ ਤੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਸਤਨਾਮ ਵਾਹਿਗੁਰੂ ਸਾਹਿਬ ਜੀ। ਹੇ ਅਜੇਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨ ਹੈ। ਗਣ ਗੰਧਰਵ ਦੇਵ ਮਨੁਖਯੰ ਪਾਸੁ ਪੰਖੀ ਬਿਮੋਹਨ ਹੈ। ਹੇ ਅਜੇਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨ ਹੈ। ਗਣ ਗੰਧਰਵ ਦੇਵ ਮਨੁਖਯੰ ਪਾਸ ਪੰਖੀ ਬਿਮੋਹਨ ਹੈ। ਹਰ ਕਰਨਹਾਰੰ ਨਮਸਕਾਰੰ ਸ਼ਰਨ ਨਾਨਕ ਜਗਦੀਸ਼ਵਰ ਹੈ। ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪ੍ਰਮਾਵਣੈ। ਚਿਤ ਹਰਣੰ ਤ੍ਰੈ ਲੋਕ ਗਮਯੰ ਜਪ ਤਪ ਸੀਲ ਬਿਦਾਰਣੈ। ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣੈ। ਤਾਵ ਭੈ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ। ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣੈ। ਤਾਵ ਭੈ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਪਿਤਾ ਜੀ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਿਕਾਰਯੋਗ ਸਤ ਸੰਗੀ ਜਨੋ ਵਡਭਾਗੇ ਹਾਂ ਜੋ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਪਾਵਨ ਅਸਥਾਨ ਤੋਂ ਚੱਲ ਰਹੀ
ਗੁਰਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਵਿੱਚ ਇਕਾਗਰ ਚਿੱਤ ਕਰਦੇ ਹੋਏ ਅਦਬੋ ਸਤਿਕਾਰ ਸਹਿਤ ਉਚਾਰਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੇ ਵੱਲੋਂ ਉਚਾਰਨ ਕੀਤੀ ਗਈ ਗੁਰਬਾਣੀ ਸਹਿਸਕ੍ਰਿਤੀ, ਜਿਸ ਦੀ ਵਿਚਾਰ ਆਪ ਜੀ ਰੋਜ਼ਾਨਾ ਹੀ ਸਰਵਣ ਕਰ ਰਹੇ ਹੋ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਬਚਨਾਂ ਵਿੱਚ ਜੋ ਸਾਡੇ ਤੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ ਕਿ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਜੋ ਕਿ ਇਨਸਾਨ ਇਹਨਾਂ ਪੰਜਾਂ ਵਿਕਾਰਾਂ ਦੇ ਵਿੱਚ ਗਰਸਿਆ ਹੋਇਆ ਹੈ। ਅੱਜ ਹਜ਼ੂਰ ਜੀ ਨੇ ਜਿੱਥੇ ਮੋਹ ਦੀ ਗੱਲ ਕੀਤੀ ਹੈ, ਉੱਥੇ ਨਾਲ ਹੀ ਕ੍ਰੋਧ ਦੀ ਵੀ ਗੱਲ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਦੋਂ ਗੁਰਬਾਣੀ ਨੂੰ ਆਪਾਂ ਪੜ੍ਹਦੇ ਹਾਂ, ਹਜ਼ੂਰ ਜੀ ਕਹਿੰਦੇ ਭਾਈ ਇਕੱਲਾ ਇਹ ਨਹੀਂ ਕਿ ਕਾਮ ਇਨਸਾਨ ਦੇ ਵਿੱਚ ਹੈ, ਮੋਹ ਇਨਸਾਨ ਦੇ ਵਿੱਚ ਹੈ, ਅਹੰਕਾਰ ਇਨਸਾਨ ਦੇ ਵਿੱਚ ਹੈ। ਇਹ ਤੇ ਪ੍ਰਕਿਰਤੀ ਦਾ, ਇਹ ਤੇ ਧਰਤੀ ਦਾ ਇਹ ਨਿਯਮ ਹੈ। ਕਾਮ ਤੋਂ ਬਿਨਾਂ ਪ੍ਰਕਿਰਤੀ ਨਹੀਂ ਚੱਲ ਸਕਦੀ, ਸੰਸਾਰ ਨਹੀਂ ਚੱਲ ਸਕਦਾ। ਮੋਹ ਨਾ ਹੋਵੇ ਪਰਿਵਾਰ ਨਹੀਂ ਪਲ ਸਕਦਾ। ਆਪਾਂ ਦੇਖਦੇ ਹਾਂ ਨਾ, ਪੰਛੀ ਨੇ ਆਪਣੇ ਬੱਚਿਆਂ ਨਾਲ ਉਹਨਾਂ ਦਾ ਮੋਹ ਹੈ ਤੇ ਉਹ ਦੂਰ ਉਡਾਰ ਭਰ ਕੇ, ਉਡਾਰੀ ਮਾਰ ਕੇ ਆਲਣੇ ਦੇ ਵਿੱਚ ਬੈਠੇ ਹੋਏ ਆਪਣੇ ਬੱਚਿਆਂ ਲਈ ਆਪਣੀ ਚੁੰਝ ਦੇ ਵਿੱਚ ਕੁਝ ਨਾ ਕੁਝ ਦਾਣਾ ਲੈ ਕੇ ਆਉਂਦੇ ਨੇ, ਖਾਣ ਵਾਸਤੇ ਲੈ ਕੇ ਆਉਂਦੇ ਨੇ। ਹਜ਼ੂਰ ਜੀ ਕਹਿੰਦੇ ਭਾਈ ਜੇਕਰ ਕੋਈ ਕਵੇ ਨਾ ਇਨਸਾਨ ਵੀ ਮੈਂ ਇਹਨਾਂ ਪੰਜਾਂ ਵਿਕਾਰਾਂ ਤੋਂ ਨਿਰਲੇਪ ਹਾਂ, ਇੱਕ ਗੁਰੂ ਤੇ ਦੂਜਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਇਹਨਾਂ ਵਿਕਾਰਾਂ ਤੋਂ ਨਿਰਲੇਪ ਰਹਿ ਸਕਦਾ ਏ। ਮਹਾਰਾਜ ਜੀ ਕਹਿੰਦੇ ਸੰਸਾਰ ਦਾ ਕੋਈ ਆਮ ਇਨਸਾਨ ਇਹ ਦਾਅਵਾ ਨਹੀਂ ਕਰ ਸਕਦਾ, ਇਹ ਨਹੀਂ ਜਤਾ ਸਕਦਾ ਕਿ ਭਾਈ ਮੈਂ ਮੋਹ ਤੋਂ ਨਿਰਲੇਪ ਹਾਂ, ਕਾਮ ਤੋਂ ਨਿਰਲੇਪ ਹਾਂ, ਹੰਕਾਰ ਤੋਂ ਨਿਰਲੇਪ ਹਾਂ, ਕ੍ਰੋਧ ਤੋਂ ਨਿਰਲੇਪ ਹਾਂ। ਹਜ਼ੂਰ ਜੀ ਕਹਿੰਦੇ ਭਾਈ ਇਹ ਪੰਜ ਵਿਕਾਰ ਸਾਰਿਆਂ ਦੇ ਵਿੱਚ ਨੇ। ਆਓ ਮਹਾਰਾਜ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਇਸ ਵਿਚਾਰ ਦੇ ਨਾਲ ਜੁੜਨਾ ਕਰੀਏ। ਹੇ ਅਜੇਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨੈ। ਮਹਾਰਾਜ ਜੀ ਕਹਿੰਦੇ ਹੇ ਅਜਿੱਤ, ਜਿੱਤ ਤੋਂ ਭਾਵ ਹੈ ਜਿੱਤਿਆ ਜਾਣ ਵਾਲਾ, ਕਾਬੂ ਵਿੱਚ ਆਉਣ ਵਾਲਾ। ਐੜਾ ਅਗੇਤਰ ਲੱਗ ਗਿਆ ਏ। ਮਹਾਰਾਜ ਜੀ ਕਹਿੰਦੇ ਇਹ ਨਾ ਜਿੱਤਿਆ ਜਾਣ ਵਾਲਾ ਏ। ਸੂਰ ਸੰਗਰਾਮੰ, ਬੜੇ ਬੜੇ ਵੱਡੇ ਬਲੀ ਜੋ ਆਪਣੇ ਆਪ ਨੂੰ ਯੋਧੇ ਮੰਨਦੇ ਨੇ, ਬਹੁਤ ਧਨਾੜ ਜਿਹੜੇ ਨੇ, ਇਹ ਸਮਝਣੇ ਕਿ ਸਾਡੇ ਤੋਂ ਵੱਡਾ ਬਲੀ ਕੋਈ ਨਹੀਂ, ਸਾਡੇ ਤੋਂ ਵੱਡਾ ਯੋਧਾ ਹੀ ਕੋਈ ਨਹੀਂ। ਮਹਾਰਾਜ ਜੀ ਕਹਿੰਦੇ ਅਤ ਬਲਨਾ ਬਹੁ ਮਰਦ ਨੇ, ਜਿਹੜੇ ਆਪਣੇ ਆਪ ਨੂੰ ਕਹਿੰਦੇ ਸਨ ਕਿ ਭਾਈ ਸਾਡੇ ਤੋਂ ਵੱਡਾ ਕੋਈ ਵੀ ਨਹੀਂ, ਕਹਿੰਦੇ ਉਹ ਆਪਣੇ ਆਪ ਨੂੰ ਮਰਦ ਅਖਵਾਉਣ ਵਾਲੇ ਮੋਹ ਦੀਆਂ ਤੰਦਾਂ ਦੇ ਵਿੱਚ ਉਹ ਵੀ ਫਸੇ ਪਏ ਨੇ। ਮੋਹ ਨੇ ਤੇ ਉਹਨਾਂ ਨੂੰ ਵੀ ਜਕੜਿਆ ਪਿਆ ਹੈ। ਇਸ ਕਰਕੇ ਇਹਨੂੰ ਇਉਂ ਕਹਿ ਲਈਏ ਕਿ ਹੇ ਨਾ ਜਿੱਤੇ ਜਾਣ ਵਾਲੇ ਮੋਹ, ਤੂੰ ਸਾਰਿਆਂ ਨੂੰ ਆਪਣੇ ਕਲਾਵੇ ਦੇ ਵਿੱਚ ਲਿਆ ਹੋਇਆ ਹੈ। ਭਾਵ ਕਿ ਸਾਰਿਆਂ ਤੇ ਤੇਰਾ ਹੁਕਮ ਚੱਲਦਾ ਹੈ। ਜਿਵੇਂ ਇੱਕ ਰਾਜਾ ਆਪਣੀ ਪ੍ਰਜਾ ਤੇ ਹੁਕਮ ਚਲਾਉਂਦਾ ਏ ਤੇ ਉਹਦੀ ਪ੍ਰਜਾ ਉਹਦਾ ਹੁਕਮ ਮੰਨਣ ਨੂੰ ਤਿਆਰ ਬਰ ਤਿਆਰ ਰਹਿੰਦੀ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ
ਇਹ ਮੋਹ ਵੀ ਇਸੇ ਤਰ੍ਹਾਂ ਹੈ। ਭਾਵੇਂ ਉਹ ਪਰਿਵਾਰ ਦੇ ਨਾਲ ਹੈ, ਭਾਵੇਂ ਉਹ ਕਾਰੋਬਾਰ ਦੇ ਨਾਲ ਹੈ, ਭਾਵੇਂ ਉਹ ਸੰਸਾਰ ਦੇ ਕਿਸੇ ਵੀ ਪਦਾਰਥ ਦੇ ਨਾਲ ਹੈ। ਇਨਸਾਨ ਦਾ ਹਰੇਕ ਦਾ ਮੋਹ ਵੱਜਾ ਹੈ। ਸਤਿਗੁਰੂ ਜੀ ਕਹਿੰਦੇ ਗਣ ਗੰਧਰਵ ਦੇਵ ਮਨੁੱਖਿਅੰ ਪਸ਼ੁ ਪੰਖੀ ਬੇਮੋਹਨ ਹੈ। ਸਤਿਗੁਰੂ ਜੀ ਕਹਿੰਦੇ ਗਣ ਗੰਧਰਵ ਭਾਵ ਕਿ ਆਪਣੇ ਆਪ ਨੂੰ ਰਿਸ਼ੀ ਮੁਨੀ ਅਖਵਾਉਣ ਵਾਲੇ, ਆਪਣੇ ਆਪ ਨੂੰ ਇਸ ਧਰਤੀ ਤੋਂ ਨਿਰਲੇਪ, ਜੋ ਕਹਿੰਦੇ ਸਨ ਕਿ ਅਸੀਂ ਨਿਰਲੇਪ ਰਹਿੰਦੇ ਹਾਂ, ਇਸ ਧਰਤੀ ਦੇ ਇਹ ਲੋਕਾਂ ਦੇ ਤੋਂ, ਧਰਤੀ ਦੇ ਪਦਾਰਥਾਂ ਤੋਂ ਅਸੀਂ ਨਿਰਲੇਪ ਰਹਿੰਦੇ। ਮਹਾਰਾਜ ਜੀ ਕਹਿੰਦੇ ਭਾਈ ਗਣ ਗੰਧਰਵ ਦੇਵ ਮਨੁੱਖ ਜੋ ਆਪਣੇ ਆਪ ਨੂੰ ਦੇਵਤਿਆਂ ਦੇ ਵਾਂਗ ਸਮਝਦੇ ਸਨ, ਭਾਵ ਦੇਵਤੇ ਉਹ ਜਿਨ੍ਹਾਂ ਦੇ ਵਿੱਚ ਚੰਗੇ ਗੁਣ ਆ ਜਾਣੇ, ਦੈਵੀ ਗੁਣ ਆ ਜਾਣੇ। ਪਸ ਪੰਖੀ ਪਸ਼ੂ ਵੀ ਤੇ ਪੰਛੀ ਵੀ। ਇਹਦੇ ਵਿੱਚ ਕੱਲੀ ਮਹਾਰਾਜ ਜੀ ਨੇ ਇਨਸਾਨ ਦੀ ਗੱਲ ਨਹੀਂ ਕੀਤੀ ਕਿ ਇਨਸਾਨ ਨੂੰ ਹੀ ਸਮਝਾਇਆ। ਉਦਾਹਰਨਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਵਿੱਚ ਰਹਿ ਰਹੇ ਹਰੇਕ ਜੀਵ ਦੀਆਂ ਦਿੱਤੀਆਂ, ਭਾਵੇਂ ਉਹ ਪਸ਼ੂ ਹੈ, ਭਾਵੇਂ ਉਹ ਪੰਛੀ ਹੈ, ਕੋਈ ਵੀ ਹੈ, ਪਰ ਸਮਝਾਇਆ ਮਹਾਰਾਜ ਜੀ ਨੇ ਮਨੁੱਖ ਨੂੰ ਹੀ ਹੈ। ਕਿਉਂਕਿ ਆਪਾਂ ਪੜ੍ਹਦੇ ਹਾਂ ਨਾ ਕਿ ਹਜ਼ੂਰ ਜੀ ਕਹਿੰਦੇ ਇਸ ਸੰਸਾਰ ਦੇ ਵਿੱਚ ਇਨਸਾਨ ਨੂੰ ਸ਼ਰਮੌਰ ਕਰਕੇ ਗਿਣਿਆ ਗਿਆ। ਇਸ ਧਰਤੀ ਮੈਂ ਤੇਰੀ ਸਿਕਦਾਰੀ। ਹਜ਼ੂਰ ਜੀ ਕਹਿੰਦੇ ਤੈਨੂੰ ਸਰਦਾਰ ਬਣਾਇਆ ਹੈ। ਸਰਦਾਰ ਤੋਂ ਭਾਵ ਕਿ ਤੈਨੂੰ ਸ਼ਰਮੌਰ ਬਣਾਇਆ ਹੈ। ਦਾਤਾਰ ਪਿਤਾ ਜੀ ਬਿਆਨ ਕਰ ਰਹੇ ਨੇ ਭਾਈ ਇਹ ਨਹੀਂ ਕਿ ਇਕੱਲੇ ਮਨੁੱਖਾਂ ਨੂੰ ਹੈ, ਪਸ਼ੂਆਂ ਨੂੰ ਹੈ। ਸਤਿਗੁਰੂ ਜੀ ਕਹਿੰਦੇ ਮੋਹ ਦੀਆਂ ਤੰਦਾਂ ਤੇ ਪੰਛੀਆਂ ਨੂੰ ਵੀ ਵੱਜੀਆਂ ਹੋਈਆਂ ਨੇ, ਪਸ਼ੂ ਤੇ ਪੰਛੀਆਂ ਨੂੰ ਵੀ। ਹਰ ਕਰਨਹਾਰ ਨਮਸਕਾਰੰ ਸ਼ਰਨ ਨਾਨਕ ਜਗਦੀਸ਼ਵਰੈ। ਹੇ ਕਰਤਾ ਪੁਰਖ ਅਕਾਲ ਪੁਰਖ ਪਰਮਾਤਮਾ ਜੀ, ਕਰਨ ਕਾਰਨ ਸਮਰੱਥ ਦਾਤਾਰ ਪਿਤਾ ਜੀਓ, ਇਸ ਕਰਕੇ ਅਸੀਂ ਇਹ ਤੁਹਾਡੇ ਅੱਗੇ ਅਰਜ਼ੋਈ ਕਰ ਰਹੇ ਹਾਂ, ਤੁਹਾਡੇ ਅੱਗੇ ਇਹ ਬੇਨਤੀ ਕਰ ਰਹੇ ਹਾਂ ਹਰ ਕਰਨਹਾਰ, ਕਿ ਤੁਸੀਂ ਹਰ ਬਿਧ ਨੂੰ ਕਰਨਹਾਰ ਜੇ, ਕਰਨ ਦੇ ਸਮਰੱਥ ਜੇ, ਕਰ ਸਕਦੇ ਜੇ। ਨਮਸਕਾਰੰ, ਤੁਹਾਨੂੰ ਨਮਸਕਾਰ ਹੈ। ਹਜ਼ੂਰ ਜੀ ਕਹਿੰਦੇ ਅਸੀਂ ਤੁਹਾਨੂੰ ਨਮਸਕਾਰ ਕਰਦੇ ਹਾਂ। ਵੈਸੇ ਜਦੋਂ ਆਪਾਂ ਦੇਖਦੇ ਹਾਂ ਨਾ, ਪਸ਼ੂਆਂ ਦੇ ਵਿੱਚ ਇੱਕ ਇੱਕ ਦੋਖ ਹੈ, ਭਾਵ ਕਿ ਪਸ਼ੂਆਂ ਦੇ ਵਿੱਚ ਇੱਕ ਇੱਕ ਹੀ ਇਹਨਾਂ ਪੰਜਾਂ ਦੇ ਵਿੱਚੋਂ ਦੋਖ ਹੈ। ਕਿਸੇ ਨੂੰ ਲਾਲਚ ਹੈ ਖਾਣ ਦਾ, ਕਿਸੇ ਨੂੰ ਲਾਲਚ ਹੈ ਕਾਮ ਦਾ, ਕਿਸੇ ਨੂੰ ਲਾਲਚ ਹੈ ਕ੍ਰੋਧ ਦਾ। ਪਰ ਬਲਿਹਾਰ ਜਾਈਏ ਇਨਸਾਨ ਤੋਂ, ਕਹਿੰਦੇ ਸਤਿਗੁਰੂ ਜੀ ਕਹਿੰਦੇ ਇਹਦੇ ਅੰਦਰ ਪੰਜੇ ਦੇ ਪੰਜੇ ਹੀ ਸਮਾਏ ਹੋਏ ਨੇ। ਅੱਗੇ ਜਾ ਕੇ ਵਿਚਾਰ ਆਵੇਗੀ। ਹਜ਼ੂਰ ਜੀ ਕਹਿੰਦੇ ਹਰ ਕਰਨਹਾਰੰ, ਪਰਮਾਤਮਾ ਕਰਨ ਕਾਰਨ ਸਮਰੱਥ ਹੈ, ਉਹ ਸਭ ਕੁਝ ਕਰ ਸਕਦਾ ਏ। ਨਮਸਕਾਰੰ, ਭਾਈ ਉਹਨੂੰ ਨਮਸਕਾਰ ਹੈ ਸਾਡੀ, ਉਹਨੂੰ ਸਿਜਦਾ ਏ ਸਾਡਾ। ਸ਼ਰਨ ਨਾਨਕ ਜਗਦੀਸ਼ਵਰ ਹੈ। ਇਸ ਕਰਕੇ ਹਜ਼ੂਰ ਜੀ ਕਹਿੰਦੇ ਭਾਵੇਂ ਸਾਡੇ ਵਿੱਚ ਕਾਮ ਹੈ, ਕ੍ਰੋਧ ਹੈ, ਲੋਭ ਹੈ, ਜੋ ਮਰਜ਼ੀ ਹੈ, ਅਸੀਂ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ। ਹਜ਼ੂਰ ਜੀ ਨੇ ਇਨਸਾਨ ਨੂੰ ਸਮਝਾਉਂਦੇ ਨੇ, ਪਾਤਸ਼ਾਹ ਜੀ ਕਹਿੰਦੇ ਭਾਈ ਜੇਕਰ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਹੇਗਾ ਫਿਰ ਇਹ ਵਿਕਾਰ ਤੇਰੇ ਤੇ ਹਾਵੀ ਨਹੀਂ ਹੋਣਗੇ। ਜਿਵੇਂ ਕੋਈ ਦਫ਼ਤਰ ਦੇ ਵਿੱਚ ਸੁਲਝਿਆ ਹੋਇਆ ਵਿਅਕਤੀ ਆਪਣੇ ਰੂਟੀਨ ਦੇ ਵਿੱਚ ਕੰਮ ਕਰਦਾ ਏ, ਉਹਦਾ ਅਫਸਰ ਜਿਹੜਾ ਉਹਦੇ ਤੇ ਪ੍ਰੈਸ਼ਰ ਨਹੀਂ ਪਾਏਗਾ। ਉਹ ਇਹ ਨਹੀਂ ਕਹੇਗਾ, ਰੋਜ਼ ਨਹੀਂ ਕਹੇਗਾ ਭਾਈ ਤੂੰ ਅੱਜ ਕੰਮ ਨਹੀਂ ਕਰਦਾ, ਜਾਂ ਤੇਰਾ ਕੰਮ ਕਰਨ ਦਾ ਤਰੀਕਾ ਮੈਨੂੰ ਪਸੰਦ ਨਹੀਂ। ਕਹਿੰਦੇ ਇਹਨਾਂ ਰੋਜ਼ ਦੇ ਝਮੇਲਿਆਂ ਤੋਂ, ਰੋਜ਼ ਦੇ ਝਗੜਿਆਂ ਤੋਂ ਫਿਰ ਉਹਦਾ ਛੁਟਕਾਰਾ ਹੋ ਜਾਂਦਾ ਹੈ, ਖਹਿੜਾ ਛੁੱਟ ਜਾਂਦਾ ਹੈ। ਕਿਉਂ? ਕਿਉਂਕਿ ਉਹ ਇਮਾਨਦਾਰੀ ਦੇ ਨਾਲ ਆਪਣੇ ਕੰਮ ਪ੍ਰਤੀ ਵਫਾਦਾਰ ਹੈ। ਹਜ਼ੂਰ ਜੀ ਕਹਿੰਦੇ ਇਸੇ ਕਰਕੇ ਭਾਈ ਅਸੀਂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਉਹ ਇਨਸਾਨ ਪ੍ਰਮਾਤਮਾ ਦੇ, ਹਜ਼ੂਰ ਜੀ ਕਹਿੰਦੇ ਕਿ ਨਾਮ ਦੇ ਨਾਲ ਆਪਣੇ ਜੀਵਨ ਨੂੰ
ਰੰਗ ਲਵੇ, ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਧਾਰਨ ਕਰ ਲਵੇ। ਸਤਿਗੁਰੂ ਜੀ ਕਹਿੰਦੇ ਫਿਰ ਜਿਵੇਂ ਉਹ ਵਿਅਕਤੀ ਆਫਿਸ ਦੇ ਵਿੱਚ ਕੰਮ ਕਰਦਾ ਹੈ ਪਰ ਉਹਦਾ ਅਫਸਰ ਜਿਹੜਾ ਉਹਦੇ ਤੇ ਕੋਈ ਪ੍ਰੈਸ਼ਰ ਨਹੀਂ ਪਾਉਂਦਾ, ਇਸੇ ਤਰ੍ਹਾਂ ਭਾਵੇਂ ਇਹ ਵਿਕਾਰ ਇਨਸਾਨ ਦੇ ਵਿੱਚ ਹਨ, ਪਰ ਜਦੋਂ ਪਰਮਾਤਮਾ ਜੀ ਦਾ ਨਾਮ ਜਪ ਕੇ ਆਪਣੀ ਜੀਵਨ ਨੂੰ ਗੁਰੂ ਦੇ ਆਸ਼ਰੇ ਦੇ ਮੁਤਾਬਕ ਬਤੀਤ ਕਰੇਗਾ, ਹਜ਼ੂਰ ਜੀ ਕਹਿੰਦੇ ਇਹ ਵਿਕਾਰ ਉਹਦੇ ਤੇ ਹਾਵੀ ਨਹੀਂ ਹੋਣਗੇ, ਉਹਦੇ ਤੇ ਜ਼ਿਆਦਾ ਜ਼ੋਰ ਨਹੀਂ ਪਾਉਣਗੇ। ਇਸ ਕਰਕੇ ਸ਼ਰਨ ਨਾਨਕ ਜਗਦੀਸ਼ਰ, ਹੇ ਜਗਤ ਨੂੰ ਜੀਵਨ ਦੇਣ ਵਾਲੇ, ਜਗਤ ਨੂੰ ਗਿਆਨ ਦੇਣ ਵਾਲੇ ਪਰਮਾਤਮਾ ਜੀ, ਨਾਨਕ ਨਾਮ ਦੀ ਮੋਹਰ ਲਗਾ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਅਸੀਂ ਵੀ ਤੁਹਾਡੀ ਸ਼ਰਨ ਦੇ ਵਿੱਚ ਆਉਣਾ ਕਰਦੇ ਹਾਂ। ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣੈ। ਤਾਂ ਦੂਜਾ ਸਤਿਗੁਰੂ ਜੀ ਨੇ ਇੱਥੇ ਸ਼ਬਦ ਵਰਤਿਆ ਹੈ, ਬਿਆਨ ਕਰ ਰਹੇ ਨੇ ਕਾਮੰ। ਕਾਮੰ ਤੋਂ ਭਾਵ ਹੈ ਕਾਮ। ਹਜ਼ੂਰ ਜੀ ਕਹਿੰਦੇ ਕਾਮ ਦੇ ਵਿੱਚ ਗਰਸਿਆ ਹੋਇਆ ਇਨਸਾਨ ਆਪਣੀ ਸ਼ੁੱਧ ਬੁੱਧੀ ਭੁੱਲ ਜਾਂਦਾ ਹੈ। ਅਸਲ ਦੇ ਵਿੱਚ ਇਨਸਾਨ ਦੇ ਕਾਮ ਜਿਹੜਾ ਹੈ ਇਹ ਸੋਚਣੀ ਤੋਂ ਪੈਦਾ ਹੁੰਦਾ ਹੈ, ਸੋਚ ਤੋਂ ਪੈਦਾ ਹੁੰਦਾ ਹੈ ਕਿ ਉਹਦੀ ਸੋਚ ਕਿੱਦਾਂ ਦੀ ਹੈ। ਜੋ ਇਨਸਾਨ ਆਪਣੇ ਮਨ ਦੇ ਵਿੱਚ ਖਿਆਲ ਲੈ ਕੇ ਆਉਂਦਾ ਹੈ, ਜਿਵੇਂ ਦਾ ਖਿਆਲ ਲੈ ਕੇ ਆਉਂਦਾ ਹੈ, ਸਤਿਗੁਰੂ ਜੀ ਕਹਿੰਦੇ ਫਿਰ ਉਹਦੇ ਅੰਦਰੋਂ ਉਸੇ ਤਰ੍ਹਾਂ ਦਾ ਵਿਚਾਰ ਪੈਦਾ ਹੁੰਦੇ ਨੇ। ਜੇਕਰ ਖਿਆਲ ਸਹੀ ਹੈ ਫਿਰ ਵਿਚਾਰ ਸਹੀ ਹੋਣਗੇ, ਰਹਿਣੀ ਬਹਿਣੀ ਸਹੀ ਹੈ ਫਿਰ ਵਿਚਾਰ ਸਹੀ ਹੋਣਗੇ, ਮੇਲ ਮਿਲਾਪ ਸਹੀ ਬੰਦਿਆਂ ਦੇ ਨਾਲ ਹੈ, ਹਜ਼ੂਰ ਜੀ ਕਹਿੰਦੇ ਫਿਰ ਵਿਚਾਰ ਵੀ ਚੰਗੇ ਹੋਣਗੇ। ਪਰ ਜੇਕਰ ਮੇਲ ਮਿਲਾਪ ਰਹਿਣੀ ਬਹਿਣੀ ਜਿਨ੍ਹਾਂ ਦੇ ਨਾਲ ਉਹ ਆਪ ਇਹਨਾਂ ਵਿਕਾਰਾਂ ਦੇ ਵਿੱਚ ਗਰਸੇ ਪਏ ਨੇ, ਹਜ਼ੂਰ ਜੀ ਕਹਿੰਦੇ ਉਹ ਕਿਵੇਂ, ਤੂੰ ਭਾਈ ਕਿਵੇਂ ਬਚ ਜਾਵੇਂਗਾ। ਜਿਵੇਂ ਕੋਈ ਵਿਅਕਤੀ ਹੋਵੇ ਉਹਦੀ ਸੰਗਤ ਐਸੇ ਬੰਦਿਆਂ ਨਾਲ ਪੈ ਜਾਵੇ ਜਿਹੜੇ ਨਸ਼ਾ ਕਰਦੇ ਹੋਣ, ਉਹ ਇੱਕ ਦਿਨ ਬਚੇਗਾ, 2 ਦਿਨ ਬਚੇਗਾ, 3 ਦਿਨ ਬਚੇਗਾ, ਬਾਹਲਾ ਟਾਈਮ ਉਹ ਬਚ ਨਹੀਂ ਸਕਦਾ। ਉਹ ਤਾਂ ਇਹੀ ਕਹਿਣਗੇ ਭਾਈ ਇੱਕ ਵਾਰ ਆ ਨਸ਼ਾ ਕਰਕੇ ਤੇ ਵੇਖ, ਤੂੰ ਕਿਹੜਾ ਸਾਰੀ ਜ਼ਿੰਦਗੀ ਕਰਦਾ ਹੈ, ਇੱਕ ਵਾਰ ਕਰਕੇ ਵੇਖ ਫਿਰ ਤੈਨੂੰ ਪਤਾ ਲੱਗੇਗਾ ਕਿ ਅਸਲ ਜ਼ਿੰਦਗੀ ਹੁੰਦੀ ਕੀ ਹੈ। ਅਸਲ ਦੇ ਵਿੱਚ 70% ਧੀਆਂ ਪੁੱਤਰ ਇਸੇ ਤਰ੍ਹਾਂ ਵਿਗੜਦੇ ਨੇ, 70% ਸੰਗਤ ਦਾ ਕਰਕੇ। ਇਹਨੂੰ ਸੰਗਤ ਨਹੀਂ ਕਹਿ ਸਕਦੇ, ਅਸਲ ਦੇ ਵਿੱਚ ਇਹ ਹੈ ਹੀ ਕੁਸੰਗਤ ਹੈ, ਮਾੜੇ ਲੋਕਾਂ ਦੀ ਸੰਗਤ। 70 ਤੋਂ 80% ਜਿਹੜੇ ਨੇ ਧੀਆਂ ਪੁੱਤਰ ਆਪਣੀ ਚੁਣੀ ਹੋਈ ਸੰਗਤ ਦਾ ਕਰਕੇ ਵਿਗੜ ਜਾਂਦੇ ਨੇ। ਕਿਉਂ? ਕਿਉਂਕਿ ਮਾਂ ਬਾਪ ਨੇ ਸਦਾ ਨਾਲ ਨਹੀਂ ਰਹਿਣਾ। ਇਹ ਤੇ ਇਨਸਾਨ ਨੂੰ, ਬੱਚੇ ਨੂੰ ਆਪ ਸੋਚ ਚਾਹੀਦੀ ਹੈ ਨਾ ਕਿ ਮੈਂ ਜੇਕਰ ਇਹਨਾਂ ਦੇ ਨਾਲ ਸੰਗਤ ਕਰਾਂਗਾ ਮੈਨੂੰ ਕੀ ਫਲ ਮਿਲੇਗਾ, ਦੂਜਿਆਂ ਦੇ ਨਾਲ ਸੰਗਤ ਕਰਾਂਗਾ ਕੀ ਫਲ ਮਿਲੇਗਾ। ਕਹਿੰਦੇ ਇਸੇ ਤਰ੍ਹਾਂ ਉਹ ਇਨਸਾਨ ਕਹਿੰਦਾ ਭਾਈ ਮੈਂ ਨਸ਼ਾ ਨਹੀਂ ਕਰਦਾ, ਕਹਿੰਦੇ ਅੱਜ ਕਰਕੇ ਵੇਖ, ਅੱਜ ਕਰਦਿਆਂ ਉਹਦੇ ਹੱਡਾਂ 'ਚ ਜਦੋਂ ਨਸ਼ਾ ਰਚ ਜਾਂਦਾ ਹੈ ਤੇ ਫਿਰ ਉਹੀ ਵਿਅਕਤੀ ਦੂਜਿਆਂ ਪਾਸੋਂ ਨਸ਼ਾ ਮੰਗਦਾ ਹੈ, ਉਹ ਕਹਿੰਦੇ ਸਾਡੇ ਕੋਲ ਹੈ ਨਹੀਂ। ਜਦੋਂ ਇੰਨੀ ਗੱਲ ਕਹਿੰਦੇ ਫਿਰ ਉਹ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ। ਕਿਉਂ? ਕਿਉਂਕਿ ਉਹਨੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਨਰਕ ਵਾਲੇ ਪਾਸੇ ਆਪ, ਜਿਵੇਂ ਕਹਿੰਦੇ ਨਾ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਆਪਣੇ ਪੈਰ ਆਪਣੇ ਹੱਥਾਂ ਦੇ ਨਾਲ ਹੀ ਵੱਢ ਦਿੱਤੇ ਨੇ। ਚੱਲਿਆ ਕਿੱਥੋਂ ਜਾਣਾ ਸੀ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਭਾਈ ਇਹ ਕਾਮੰ ਨਰਕ ਬਿਸਰਾਮੰ। ਵੱਡੇ ਵੱਡੇ ਯੋਧੇ ਵੀ, ਵੱਡੇ ਵੱਡੇ ਤਪਸਵੀ ਵੀ, ਵੱਡੇ ਵੱਡੇ ਸਾਧੂ ਵੀ ਕਹਿੰਦੇ ਇਹ ਕਾਮ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ। ਹਜ਼ੂਰ ਜੀ ਕਹਿੰਦੇ ਇਹ ਨਹੀਂ ਕਿ ਇਕੱਲੇ ਇਨਸਾਨ ਹੀ ਆਇਆ ਹੈ। ਮੈਂ ਪਹਿਲਾਂ ਵੀ ਅਕਸਰ ਇਹ ਬੇਨਤੀ ਕਰਦਾ ਹੁੰਦਾ ਹੈ, ਸਭ ਤੋਂ ਤਾਕਤਵਰ ਜੇਕਰ ਕੋਈ ਜਾਨਵਰ ਹੈ ਉਹ ਹੈ ਹਾਥੀ, ਤੇ ਹਾਥੀ ਦੇ ਵਿੱਚ ਸਭ ਤੋਂ ਜ਼ਿਆਦਾ ਕਾਮ ਹੈ। ਹਾਥੀ ਦੇ ਵਿੱਚ ਆਪਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਵਿੱਚ ਪੜ੍ਹਦੇ ਹਾਂ,
ਕਾਲ ਬੂਤ ਕੀ ਹਸਤਨੀ ਮਨ ਬਹੁਰਾ ਰੇ। ਹਜ਼ੂਰ ਜੀ ਕਹਿੰਦੇ ਕਾਲ ਬੂਤ ਕੀ ਹਸਤਨੀ, ਭਾਵ ਕਿ ਕਾਗਜ਼ ਦੀ ਬਣਾਈ ਹੋਈ ਇੱਕ ਹਥਣੀ ਤਿਆਰ ਕੀਤੀ ਗਈ ਮੁਹਾਵਤ ਦੇ ਵੱਲੋਂ। ਟੋਆ ਪੱਟ ਕੇ ਉਸ ਦੇ ਉੱਤੇ ਕਾਨਿਆਂ ਦੀ ਛੱਤ ਪਾ ਕੇ ਕੁਝ ਕੁ ਪੱਤੇ ਉੱਤੇ ਰੱਖ ਕੇ ਕਹਿੰਦੇ ਉਹ ਕਾਲ ਬੂਤ ਦੀ ਕਾਗਜ਼ ਦੀ ਬਣੀ ਹੋਈ ਹਥਣੀ ਨੂੰ ਉੱਤੇ ਰੱਖ ਦਿੱਤਾ, ਟਿਕਾ ਦਿੱਤਾ। ਕਾਮ ਦਾ ਖਿੱਚਿਆ ਹੋਇਆ ਹਾਥੀ ਉਸ ਹਥਣੀ ਦੇ ਕੋਲ ਆਇਆ। ਹੈ ਛਲ, ਹੈ ਫਰੇਬ, ਅਸਲ ਨਹੀਂ। ਕਹਿੰਦੇ ਜਦੋਂ ਉਹਨੇ ਕਾਨਿਆਂ ਦੀ ਛੱਤ ਤੇ ਪੈਰ ਰੱਖਿਆ, ਪੈਰ ਰੱਖਣ ਦੇ ਨਾਲ ਵਜਨ ਜ਼ਿਆਦਾ ਸੀ, ਭਾਰ ਜ਼ਿਆਦਾ ਸੀ। ਉਹ ਛੱਤ ਜਿਹੜੀ ਸੀ, ਕਾਨੇ ਉਹਦਾ ਵਜਨ ਸਹਾਰ ਨਹੀਂ ਸਕੇ, ਆਪ ਵਿੱਚ ਡਿੱਗ ਪਿਆ। ਉਸ ਖੱਡ ਦੇ ਵਿੱਚ, ਉਸ ਖਾਈ ਦੇ ਵਿੱਚ ਡਿੱਗ ਪਿਆ। ਜਦੋਂ ਡਿੱਗਿਆ ਤੇ ਕਹਿੰਦੇ ਫਿਰ ਮੁਹਾਵਤ ਨੇ ਉਹਨੂੰ ਕੁੰਡੇ ਮਾਰਨੇ ਸ਼ੁਰੂ ਕਰ ਦਿੱਤੇ। ਜਿਵੇਂ ਆਪਾਂ ਪੜ੍ਹਦੇ ਆ ਨਾ, ਹਸਤੀ ਸਿਰ ਜਿਉ ਅੰਕੁਸ਼ ਹੈ, ਅਹਰਣ ਜਿਉ ਮਤ ਦੇ। ਕਹਿੰਦੇ ਕਿ ਹਸਤੀ ਦੇ ਸਿਰ ਉੱਤੇ ਜਿਵੇਂ ਮੁਹਾਵਤ ਫਿਰ ਕੁੰਡੇ ਹੀ ਮਾਰਦਾ ਹੈ, ਉਹਨੂੰ ਫੜ ਕੇ ਕਿੱਡਾ ਬਲਵਾਨ ਹਾਥੀ ਹੈ। ਇਨਸਾਨ ਦੀ ਕੋਈ ਤਾਕਤ ਹੈ ਕਿ ਉਹਨੂੰ ਆਪਣੇ ਇਸ਼ਾਰਿਆਂ ਤੇ ਨਚਾ ਸਕੇ? ਉਹਨੂੰ ਭੁੱਖਿਆਂ ਰੱਖਿਆ ਜਾਂਦਾ ਏ, ਤਿਹਾਇਆ ਰੱਖਿਆ ਜਾਂਦਾ ਏ, ਉਹਦੇ ਸਿਰ ਦੇ ਵਿੱਚ ਕੁੰਡੇ ਮਾਰੇ ਜਾਂਦੇ ਨੇ ਲੋਹੇ ਦੇ। ਉਹ ਡਰਦਾ ਮਾਰਾ ਵਿਚਾਰਾ ਕਹਿੰਦਾ ਕਿ ਜਿੱਦਾਂ ਕਹੋਗੇ ਉੱਦਾਂ ਕਰਨ ਨੂੰ ਤਿਆਰ ਆ। ਸਰਕਸ ਦੇ ਵਿੱਚ ਜਿੱਥੇ ਆਜ਼ਾਦ ਵਿਚਰਨ ਵਾਲਾ, ਆਜ਼ਾਦ ਸੋਚ ਵਾਲਾ ਹਾਥੀ, ਜੰਗਲ ਦੇ ਵਿੱਚ ਬੜੀ ਠਾਠ ਬਾਠ ਨਾਲ ਰਹਿਣ ਵਾਲਾ, ਉਹ ਅੱਜ ਇਨਸਾਨ ਦੇ ਇਸ਼ਾਰਿਆਂ ਦੇ ਸਰਕਸ ਦੇ ਵਿੱਚ ਨੱਚਦਾ ਫਿਰਦਾ ਹੈ। ਕਾਹਦੇ ਕਰਕੇ? ਸਿਰਫ ਇੱਕ ਕਾਮ ਦੇ ਕਰਕੇ, ਸਿਰਫ ਇੱਕ ਮਨ ਦੇ ਵਿੱਚ ਉੱਠੇ ਖਿਆਲ ਦੇ ਕਰਕੇ। ਮਹਾਰਾਜ ਜੀ ਨੇ ਤਾਂ ਹੀ ਤੇ ਕਿਹਾ, ਹੇ ਕਾਮੰ ਨਰਕ ਬਿਸਰਾਮੰ, ਹੇ ਕਾਮ ਤੂੰ ਤੇ ਲੋਕਾਂ ਨੂੰ ਨਰਕ ਦੇ ਵਿੱਚ ਲੈ ਕੇ ਜਾ ਰਿਹਾ ਹੈ। ਬਹੁ ਜੋਨੀ ਭਰਮਾਵਣੇ, ਬਹੁਤ ਜੋਨੀਆਂ ਜਿਹੜੀਆਂ ਇਹ ਭਟਕਣਾ ਦੇ ਵਿੱਚ ਪਈਆਂ ਹੋਈਆਂ ਨੇ, ਕਾਮ ਦੀ ਭਟਕਣਾ ਦੇ ਵਿੱਚ ਹੀ ਪਈਆਂ ਹੋਈਆਂ ਨੇ। ਚਿਤ ਹਰਣੰ ਤ੍ਰੈ ਲੋਕ ਗਮੇਯੰ, ਜਪ ਤਪ ਸ਼ੀਲ ਬਿਦਾਰਣੈ। ਕਹਿੰਦੇ ਜਿਹੜੇ ਜਪ ਤਪੀ ਸਨ, ਆਪਣੇ ਆਪ ਨੂੰ ਚੰਗੇ ਅਖਵਾਉਣ ਵਾਲੇ, ਬਾਣੀ ਦੇ ਰਸੀਏ ਅਖਵਾਉਣ ਵਾਲੇ, ਕਹਿੰਦੇ ਉਹ ਵੀ ਇਸ ਲਈ ਛਲਾਵੇ ਦੇ ਵਿੱਚ ਆ ਗਏ ਨੇ। ਭਾਈ ਜੋਗੀ ਜੀ ਦੀ ਆਪਾਂ ਸਾਖੀ ਪੜ੍ਹਦੇ ਆ ਨਾ, ਮਹਾਰਾਜ ਜੀਆਂ ਦਾ ਦਰਬਾਰ, ਗੁਰੂ ਕਾ ਸਿੱਖ ਸੀ, ਪਰ ਕਹਿੰਦੇ ਜਦੋਂ ਕਾਮ ਸਿਰ ਚੜ੍ਹ ਕੇ ਬੋਲਿਆ ਫਿਰ ਭੁੱਲ ਗਿਆ। ਫਿਰ ਇਹ ਭੁੱਲ ਗਿਆ ਕਿ ਗੁਰੂ ਪਾਤਸ਼ਾਹ ਜੀ ਨੇ ਕੀ ਉਪਦੇਸ਼ ਦਿੱਤਾ ਸੀ, ਕੀ ਹੁਕਮ ਦਿੱਤਾ ਸੀ। ਤਾਂ ਹੀ ਤਾਂ ਮਹਾਰਾਜ ਜੀ ਕਹਿੰਦੇ ਚਿਤ ਹਰਣੰ ਤ੍ਰੈ ਲੋਕ ਗਮਯੰ। ਚਿੱਤ ਦੇ ਵਿੱਚ ਥੋੜਾ ਜਿਹਾ ਰੰਚਕ ਮਾਤਰ ਖਿਆਲ ਆਇਆ, ਲੋਕ ਗਮਯੰ, ਕਹਿੰਦੇ ਕਿ ਲੋਕ ਇਹਦੇ ਵਿੱਚ ਗੁੰਮ ਹੋ ਚੁੱਕੇ ਨੇ। ਹਜ਼ੂਰ ਜੀ ਕਹਿੰਦੇ ਜਪ ਤਪ ਸੀਲ ਬਿਦਾਰਣੈ। ਜਪ ਤਪ ਜੋ ਪਰਮਾਤਮਾ ਦਾ ਨਾਮ ਸੀ, ਕਹਿੰਦੇ ਉਹ ਭੁੱਲ ਗਏ। ਅਲਪ ਸੁਖ ਅਵੇਤ ਚੰਚਲ, ਊਚ ਨੀਚ ਸਮਾਵਣੈ। ਥੋੜੇ ਚਿਰ ਦੇ ਵਾਸਤੇ, ਕਿਉਂ ਇਹਦਾ ਸੁੱਖ ਜ਼ਿਆਦਾ ਚਿਰ ਨਹੀਂ, ਕਾਮ ਦਾ ਸੁੱਖ ਕਿਹੜਾ ਜ਼ਿਆਦਾ ਚਿਰ। ਥੋੜੇ ਸਮੇਂ ਦੇ ਵਾਸਤੇ ਕਹਿੰਦੇ ਆਪਣੇ ਅਸਲੇ ਤੋਂ ਟੁੱਟਿਆ ਹੋਇਆ ਇਨਸਾਨ, ਅਲਪ ਸੁਖ ਅਵੇਤ ਚੰਚਲ, ਜਿਹੜਾ ਚਿੱਤ ਸੀ ਉਹ ਚੰਚਲ ਹੋ ਗਿਆ, ਬੇਈਮਾਨ ਹੋ ਗਿਆ। ਅਜਾਮਲ ਦੀ ਆਪਾਂ ਜਦੋਂ ਕਥਾ ਪੜ੍ਹਦੇ ਹਾਂ, ਅਜਾਮਲ ਵੀ ਰਾਜੇ ਦਾ ਪੁੱਤਰ ਸੀ। ਅਜਾਮਲ ਨੂੰ ਇਹ ਕਿਹਾ ਗਿਆ ਸੀ, ਭਾਈ ਤੂੰ ਇਸ ਬਾਜ਼ਾਰ ਦੇ ਵਿੱਚ ਨਹੀਂ ਲੰਘਣਾ। ਉਹਦੇ ਟੀਚਰ ਵੱਲੋਂ, ਉਸਤਾਦ ਵੱਲੋਂ ਜਦੋਂ ਉਹ ਪੜ੍ਹਦਾ ਹੁੰਦਾ ਸੀ, ਉਹਨੂੰ ਪੜ੍ਹਾਇਆ ਜਾਂਦਾ ਸੀ ਨਾ, ਕਹਿੰਦੇ ਤੂੰ ਸ਼ਹਿਰ ਦੇ ਵਿੱਚੋਂ ਲੰਘ ਕੇ ਨਹੀਂ ਆਉਣਾ, ਸ਼ਹਿਰ ਦੇ ਜਿਹੜਾ ਬਾਰ-ਬਾਰ ਰਸਤਾ ਉਸ ਉਤੋਂ ਦੀ ਲੰਘ ਕੇ ਆਇਆ ਕਰ, ਤੇ ਸਾਡੇ ਪਾਸ ਪੜ੍ਹ ਕੇ ਫਿਰ ਆਪਣੇ ਘਰ ਮਹਿਲਾਂ ਦੇ ਵਿੱਚ ਸ਼ਹਿਰ ਦੇ ਬਾਰ-ਬਾਰ ਜਾਇਆ ਕਰ। ਜਿਸ ਗੱਲ ਤੋਂ ਇਨਸਾਨ ਨੂੰ ਡੱਕਿਆ ਜਾਵੇ ਨਾ, ਉਹ ਮਨ ਵਿੱਚ ਸਗੋਂ ਹੁੰਦਾ ਕਿ ਇਹ ਕਰਕੇ ਤੇ ਵੇਖੀਏ ਮੈਨੂੰ ਡੱਕਦੇ ਕਿਉਂ ਹੈ, ਇਹਦੇ ਨਾ ਕਰਨ ਦੇ ਨਾਲ ਮੈਨੂੰ ਕੀ ਹੋ ਜਾਵੇਗਾ, ਕਰਨ ਦੇ ਨਾਲ ਮੈਨੂੰ ਕੀ ਹੋ ਜਾਵੇਗਾ। ਕਹਿੰਦੇ ਅਜਾਮਲ ਕਹਿੰਦਾ ਸੀ ਕਿ ਮੈਂ ਸ਼ਹਿਰ ਦੇ ਵਿੱਚੋਂ ਦੀ ਲੰਘਣਾ ਹੈ,
शहर दे विचों ਦੀ ਲੰਘਿਆ, ਵੇਸ਼ਵਾਵਾਂ ਦੇ ਕੋਠੇ ਵੇਖੇ, ਕਹਿੰਦੇ ਮਨ ਬੇਈਮਾਨ ਹੋ ਗਿਆ ਥੋੜੇ ਸਮੇਂ ਦੇ ਵਾਸਤੇ। ਕਹਿੰਦੇ ਜਦੋਂ ਮਨ ਬੇਈਮਾਨ ਹੋ ਗਿਆ, ਆਪਣੇ ਅਸਲੇ ਤੋਂ ਟੁੱਟ ਗਿਆ। ਕਿਉਂ? ਕਿਉਂਕਿ ਉਹਦੇ ਉਸਤਾਦ ਨੇ, ਉਹਦੇ ਟੀਚਰ ਨੇ ਆਖਿਆ ਸੀ ਕਿ ਅਜਾਮਲ ਇਸ ਰਸਤੇ ਥਾਣੀ ਨਾ ਆਈ, ਸ਼ਹਿਰ ਦੇ ਵਿੱਚੋਂ ਦੀ ਨਾ ਆਈ। ਫਿਰ ਕਹਿੰਦੇ ਕਿ ਪਛਤਾਵਾ ਹੋਇਆ ਉਹਨੂੰ। ਇਸ ਕਰਕੇ ਹਜ਼ੂਰ ਜੀ ਕਹਿੰਦੇ ਅਲਪ ਸੁਖ ਅਬਿਤ ਚੰਚਲ ਊਚ ਨੀਚ ਸਮਾਵਣੈ। ਕਹਿੰਦੇ ਇਹ ਨਾ ਉੱਚਿਆਂ ਨੂੰ ਵੇਂਦਾ ਏ, ਨਾ ਹੀ ਨੀਵਿਆਂ ਨੂੰ ਵੇਂਦਾ ਏ। ਇਹ ਤੇ ਕਹਿੰਦੇ ਇਹ ਇਸ ਤਰ੍ਹਾਂ ਦਾ ਹੈ, ਹਜ਼ੂਰ ਜੀ ਕਹਿੰਦੇ ਇਨਸਾਨ ਦੀ ਜ਼ਿੰਦਗੀ ਨੂੰ ਗਰਕ ਕਰਕੇ ਰੱਖ ਦਿੰਦਾ ਹੈ। ਮਹਾਰਾਜ ਜੀ ਨੇ ਬੇਨਤੀ ਕੀਤੀ ਹੈ, ਤਵ ਭੈ ਵਿਭੁੰਚਿਤ ਸਾਧ ਸੰਗਮ, ਓਟ ਨਾਨਕ ਨਾਰਾਇਣ ਹੈ। ਭਾਈ ਇਹ ਤੇ ਪ੍ਰਮਾਤਮਾ ਦੀ ਕਿਰਪਾ ਹੋਵੇ ਤੇ ਫਿਰ ਇਹਦੇ ਤੋਂ ਬਚਿਆ ਜਾ ਸਕਦਾ ਹੈ। ਬਚਣਾ ਕਿਵੇਂ? ਸਾਧ ਸੰਗਮ, ਸਾਧ ਸੰਗਤ ਦੇ ਵਿੱਚ ਆ ਕਰਕੇ, ਪ੍ਰਮਾਤਮਾ ਜੀ ਦੇ ਨਾਮ ਨੂੰ ਜਪ ਕਰਕੇ। ਹਜ਼ੂਰ ਜੀ ਕਹਿੰਦੇ ਇਹ ਕਾਮ ਤੋਂ ਬਚਿਆ ਜਾ ਸਕਦਾ। ਹਾਂ, ਕਾਮ ਨੂੰ ਮਾਰਿਆ ਨਹੀਂ ਜਾ ਸਕਦਾ, ਇਹਦੇ ਤੇ ਕੰਟਰੋਲ ਜ਼ਰੂਰ ਕੀਤਾ ਜਾ ਸਕਦਾ ਹੈ। ਇਹ ਕੰਟਰੋਲ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਭਾਈ ਜਿਹਨੇ ਆਪਣੀ ਸੰਗਤ ਦੇ, ਜਿਹਨੇ ਆਪਣੇ ਵਿਚਾਰਾਂ ਤੇ ਕੰਟਰੋਲ ਕਰ ਲਿਆ, ਮਨ ਦੇ ਉੱਤੇ ਕਾਬੂ ਪਾ ਲਿਆ, ਇਹਨਾਂ ਵਿਕਾਰਾਂ ਤੇ ਵੀ ਉਹ ਕਾਬੂ ਪਾ ਸਕਦਾ ਹੈ। ਕਿਉਂਕਿ ਪ੍ਰਕਿਰਤੀ ਜਿਹੜੀ ਹੈ ਇਹਨਾਂ ਦੇ ਵਿੱਚੋਂ ਹੀ ਪੈਦਾ ਹੁੰਦੀ ਹੈ। ਪਰਿਵਾਰ ਜਿਹੜਾ ਹੈ ਇਹਨਾਂ ਦੇ ਵਿੱਚੋਂ ਹੀ ਪੈਦਾ ਹੋਏ, ਅਸੀਂ ਸਾਰੇ ਇਹਨਾਂ ਦੇ ਵਿੱਚੋਂ ਹੀ ਪੈਦਾ ਹੋਏ ਹਾਂ। ਤਾਂ ਹੀ ਮਹਾਰਾਜ ਜੀ ਕਹਿੰਦੇ ਭਾਈ ਓਟ ਨਾਨਕ ਨਾਰਾਇਣੇ। ਓਟ ਕਹਿੰਦੇ ਨੇ ਆਸਰੇ ਨੂੰ। ਹਜ਼ੂਰ ਜੀ ਕਹਿੰਦੇ ਜਿਨ੍ਹਾਂ ਨੂੰ ਪ੍ਰਮਾਤਮਾ ਜੀ ਦਾ ਓਟ ਆਸਰਾ ਹੈ, ਜਿਨ੍ਹਾਂ ਨੂੰ ਪ੍ਰਮਾਤਮਾ ਜੀ ਤੇ ਭਰੋਸਾ ਹੈ, ਮਹਾਰਾਜ ਜੀ ਕਹਿੰਦੇ ਫਿਰ ਨਾਰਾਇਣ ਹੈ, ਪ੍ਰਮਾਤਮਾ ਉਹਨਾਂ ਦੀ ਬਾਂਹ ਫੜਦਾ ਹੈ। ਪ੍ਰਮਾਤਮਾ ਉਹਨਾਂ ਨੂੰ ਇਸ ਵਿਕਾਰਾਂ ਦੀ ਅੱਗ ਦੇ ਵਿੱਚੋਂ ਬਚਾ ਲੈਂਦਾ ਹੈ। ਆਓ ਹਜ਼ੂਰ ਜੀ ਦੇ ਇਹਨਾਂ ਬਚਨਾਂ ਨੂੰ ਆਪਾਂ ਆਪਣੇ ਹਿਰਦਿਆਂ ਦੇ ਉੱਤੇ ਧਾਰਨ ਕਰੀਏ। ਸਤਿਗੁਰੂ ਜੀ ਨੇ ਜੋ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਨੇ, ਪਾਤਸ਼ਾਹ ਜੀ ਨੇ ਇਹਨਾਂ ਬਚਨਾਂ ਨੂੰ ਆਪਣੇ ਹਿਰਦਿਆਂ ਦੇ ਅੰਦਰ ਵਸਾਉਣ ਦਾ ਯਤਨ ਕਰੀਏ, ਤਾਂ ਇਹ ਮਿਲਿਆ ਹੋਇਆ ਮਨੁੱਖਾ ਜਨਮ ਹੈ ਜੋ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਦੇ ਸਦਕਾ ਉਹਦੇ ਭਾਣੇ ਵਿੱਚ ਹੀ ਬਤੀਤ ਕਰੀਏ, ਤਾਂ ਜੋ ਲੋਕ ਸੁਖੀ ਪਰਲੋਕ ਸੁਹੇਲਾ ਹੋ ਸਕੇ। ਵਿਚਾਰ ਕਰਦੇ ਹਾਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋਗ ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ